ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ, ਕੈਨੇਡਾ ਨੇ ਤਿਆਰ ਕੀਤੀ ਆਪਣੀ ਵੈਕਸੀਨ। ਟਰੂਡੋ ਨੇ ਕਿਹਾ ਲੱਗੇਗੀ ਉਡਾਨਾਂ ਦੇ ਉੱਪਰ ਰੋਕ। ਕੈਨੇਡਾ ਦੇ ਵਿੱਚ ਉਡਾਨਾਂ ਦੇ ਉੱਪਰ ਰੋਕ ਦੀ ਉੱਠ ਰਹੀ ਹੈ ਮੰਗ। 26 ਜਨਵਰੀ ਦੇ ਮੌਕੇ ਕੈਨੇਡਾ ਦੇ ਵਿੱਚ ਨਿਕਲੀ ਰੈਲੀ, ਕੀਤੀ ਕਿਸਾਨਾਂ ਦੇ ਲਈ ਆਵਾਜ਼ ਬੁਲੰਦ। ਟੀਨਏਜਰ ਨੂੰ ਕਿਬੈਕ ਦੇ ਵਿੱਚ ਕਰਫਿਊ ਤੋੜਨਾ ਪਿਆ ਮਹਿੰਗਾ, ਲੱਗਿਆ ਭਾਰੀ ਜੁਰਮਾਨਾ। ਕੋਰੋਨਾ ਨੂੰ ਖਤਮ ਕਰਨ ਦੇ ਲਈ ਕੀ ਕਰ ਰਿਹਾ ਹੈ ਕੈਨੇਡਾ, ਟਰੂਡੋ ਨੇ ਦੱਸੇ ਸਾਰੇ ਹਾਲਾਤ। ਕੈਨੇਡਾ ਦੇ ਵਿੱਚ ਕੋਵਿਡ-19 ਦੀ ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ। ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਜਾਣ ਦੀ ਕਰਦਾ ਸੀ ਮੰਗ, ਪੁਲਿਸ ਨੇ ਗ੍ਰਿਫਤਾਰ ਕੀਤਾ ਵਿਅਕਤੀ। ਇੱਕ ਪਾਸੇ ਭਾਰਤ ਦੇ ਵਿੱਚ 26 ਜਨਵਰੀ ਜਾਣੀ ਕਿ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਕਿਸਾਨਾਂ ਦੇ ਵੱਲੋਂ ਮਾਰਚ ਕੱਢਿਆ ਗਿਆ। ਦੂਜੇ ਪਾਸੇ ਸਰੀ ਦੇ ਵਿੱਚ ਵੀ ਕਿਸਾਨਾਂ ਦੇ ਹੱਕ 'ਚ ਪ੍ਰੋਟੈਸਟ ਕੀਤਾ ਗਿਆ। ਇੱਥੇ ਕਾਰ ਰੈਲੀ ਕੱਢੀ ਗਈ ਹੈ ਜੋ ਕਿ ਇੰਡੀਅਨ ਕੌਂਸੂਲੇਟ ਦੇ ਬਾਹਰ ਗਈ, ਜਿੱਥੇ ਪ੍ਰਦਰਸ਼ਨ ਕੀਤਾ ਗਿਆ ਹੈ। 30 ਜਨਵਰੀ ਨੂੰ ਇੱਕ ਹੋਰ ਰੈਲੀ ਇੱਥੇ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਕਿ ਭਾਰਤ ਸਰਕਾਰ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨ ਲਿਆਂਦੇ ਗਏ ਨੇ ਉਹਨਾਂ ਨੂੰ ਵਾਪਸ ਲੈ ਲਵੇ। ਅੱਜ ਭਾਰਤ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਕਿਸਾਨਾਂ ਵੱਲੋਂ ਮਾਰਚ ਕੱਢਿਆ ਗਿਆ। ਉਧਰ ਇਹ ਰੈਲੀ ਕੈਨੇਡਾ ਦੇ ਵਿੱਚ ਵੀ ਕਿਸਾਨਾਂ ਦੇ ਲਈ ਕੱਢੀ ਗਈ। ਸਰੀ ਦੇ ਵਿੱਚ ਇੱਕ ਵਾਰ ਫਿਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਗਈ ਹੈ। ਇਸ ਰੈਲੀ ਦੀ ਸ਼ੁਰੂਆਤ ਸਟ੍ਰਾਬੇਰੀ ਹਿੱਲ ਕੰਪਲੈਕਸ ਤੋਂ ਹੋਈ, ਜੋ ਇੰਡੀਅਨ ਕੌਂਸੂਲੇਟ ਦੇ ਬਾਹਰ ਜਾ ਕੇ ਮੁਕੰਮਲ ਹੋਈ। ਇੰਡੀਅਨ ਕੌਂਸੂਲੇਟ ਦੇ ਬਾਹਰ ਕਿਸਾਨਾਂ ਨੂੰ ਸਪੋਰਟ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ਦੇ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਵੱਡੀ ਗਿਣਤੀ ਦੇਖੀ ਗਈ ਹੈ, ਜਿੱਥੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਨਾਲ ਦੀ ਨਾਲ ਭਾਰਤ ਦੇ ਕਿਸਾਨਾਂ ਦੇ ਲਈ ਮੰਗ ਨੂੰ ਫਿਰ ਤੋਂ ਕੈਨੇਡਾ ਦੇ ਵਿੱਚ ਦੁਹਰਾਇਆ ਗਿਆ ਹੈ। ਦੱਸ ਦਈਏ ਕਿ ਭਾਰਤ ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿੱਚ ਬੈਠੇ ਹੋਏ ਨੇ। ਉਹਨਾਂ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ 3 ਕਾਨੂੰਨ ਲਿਆਂਦੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਇਸ ਅੰਦੋਲਨ ਦੀ ਸ਼ੁਰੂਆਤ ਚਾਹੇ ਭਾਰਤ ਤੋਂ ਹੋਈ ਹੈ, ਪਰ ਵਿਦੇਸ਼ਾਂ ਦੇ ਵਿੱਚ ਵੀ ਲਗਾਤਾਰ ਇਸ ਦੀ ਆਵਾਜ਼ ਸੁਣਾਈ ਦਿੰਦੀ ਹੈ। ਕੈਨੇਡਾ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਲਈ। ਅਜਿਹਾ ਹੀ ਪ੍ਰਦਰਸ਼ਨ ਅੱਜ ਵੀ ਕੀਤਾ ਗਿਆ। ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਗਿਆ ਤਾਂ ਕਿ ਭਾਰਤ ਸਰਕਾਰ ਤੱਕ ਇਹ ਗੱਲ ਪਹੁੰਚੇ ਕਿ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ 3 ਕਾਨੂੰਨ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ। ਨਾਲ ਹੀ ਦੱਸ ਦਈਏ ਕਿ 30 ਜਨਵਰੀ ਜਾਣੀ ਕਿ ਸ਼ਨੀਵਾਰ ਵਾਲੇ ਦਿਨ ਇੱਕ ਹੋਰ ਪ੍ਰਦਰਸ਼ਨ ਪ੍ਰੋਟੈਸਟ ਕੀਤਾ ਜਾਵੇਗਾ, ਜੋ ਕਿ ਰਿਚਮੰਡ ਪ੍ਰੋਟੈਸਟ 2 ਵਜੇ ਤੋਂ ਲੈ ਕੇ 6 ਵਜੇ ਤੱਕ ਚੱਲੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਟੈਸਟ ਦੇ ਵਿੱਚ, ਇਸ ਪ੍ਰਦਰਸ਼ਨ ਦੇ ਵਿੱਚ ਵੀ ਵੱਡੀ ਗਿਣਤੀ ਲੋਕਾਂ ਦੀ ਦੇਖਣ ਨੂੰ ਮਿਲੇਗੀ। ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਰੋਕ ਲੱਗ ਸਕਦੀ ਹੈ, ਬੈਨ ਲੱਗ ਸਕਦਾ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਜੋ ਕੋਵਿਡ-19 ਦੇ ਹਾਲਾਤ ਨੇ, ਅਜਿਹਾ ਹੋ ਸਕਦਾ ਹੈ ਕੁਝ ਹਫ਼ਤਿਆਂ ਤੱਕ ਜੋ ਹੋਰ ਜ਼ਿਆਦਾ ਸਖਤੀ ਇਹਨਾਂ ਉਡਾਨਾਂ ਨੂੰ ਲੈ ਕੇ ਕਰ ਦਿੱਤੀ ਜਾਵੇ। ਉਧਰ ਵੱਖ-ਵੱਖ ਪ੍ਰੋਵਿੰਸ ਦੇ ਪ੍ਰੀਮੀਅਰਸ ਅਤੇ ਹੋਰ ਵੀ ਕਈ ਲੋਕ ਇਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਕੈਨੇਡਾ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਬੈਨ ਲਗਾ ਦੇਣਾ ਚਾਹੀਦਾ ਹੈ। ਕੈਨੇਡਾ ਹੁਣ ਇੰਟਰਨੈਸ਼ਨਲ ਫਲਾਈਟਾਂ ਦੇ ਉੱਪਰ ਰੋਕ ਲਗਾ ਸਕਦਾ ਹੈ। ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਬੈਨ ਲਗਾਈ ਜਾ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ ਹੈ। ਸਰਕਾਰ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਉਣ ਦੇ ਲਈ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਪ੍ਰੀਮੀਅਰ ਵੀ ਇਸ ਨੂੰ ਲੈ ਕੇ ਅਪੀਲ ਕਰਦੇ, ਮੰਗ ਕਰਦੇ ਨਜ਼ਰ ਆ ਰਹੇ ਹਨ। ਡਿਪਟੀ ਪ੍ਰਾਈਮ ਮਿਨਿਸਟਰ ਫਰੀਲੈਂਡ ਨੇ ਕਿਹਾ ਸੀ ਕਿ ਫੈਡਰਲ ਸਰਕਾਰ ਇੰਟਰਨੈਸ਼ਨਲ ਫਲਾਈਟਸ ਦੇ ਉੱਪਰ ਰਿਸਟ੍ਰਿਕਸ਼ਨਸ ਲਗਾਉਣ ਦੇ ਉੱਪਰ ਵਿਚਾਰ ਕਰ ਰਹੀ ਹੈ ਤੇ ਇਸ ਦੇ ਸੰਕੇਤ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਦੇ ਦਿੱਤੇ ਗਏ ਨੇ। ਉਹਨਾਂ ਕਿਹਾ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਹੀ ਇਸ ਦੇ ਉੱਪਰ ਫੈਸਲਾ ਲੈ ਲਿਆ ਜਾਵੇਗਾ। ਜਾਣੀ ਕਿ ਹੁਣ ਕੈਨੇਡਾ ਉਡਾਨਾਂ ਦੇ ਉੱਪਰ ਹੋਰ ਸਖਤੀਆਂ ਕਰ ਸਕਦਾ ਹੈ, ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਬੈਨ ਲਗਾ ਸਕਦਾ ਹੈ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 14 ਦਿਨਾਂ ਦੇ ਕੁਆਰੰਟਾਈਨ ਦੇ ਬਾਰੇ ਵਿੱਚ ਵੀ ਗੱਲ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਜੇਕਰ ਇਹਨਾਂ ਨਿਯਮਾਂ ਨੂੰ ਤੋੜਿਆ ਜਾਵੇਗਾ ਤਾਂ ਫਿਰ ਜੇਲ੍ਹ ਵੀ ਹੋ ਸਕਦੀ ਹੈ। ਕੈਨੇਡਾ ਕੋਵਿਡ-19 ਦੀ ਸਥਿਤੀ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਇੱਕ ਕਦਮ ਚੁੱਕ ਸਕਦਾ ਹੈ। ਹਾਲ ਹੀ ਦੇ ਵਿੱਚ ਫੋਰਨ ਮਿਨਿਸਟਰ ਵੱਲੋਂ ਵੀ ਫੈਡਰਲ ਸਰਕਾਰ ਨੂੰ ਟਰੈਵਲ ਅਤੇ ਹੋਰ ਸਖਤੀ ਕਰਨ ਦੀ ਗੱਲ ਕਹੀ ਗਈ ਸੀ। ਫਰੀਲੈਂਡ ਨੇ ਆਖਿਆ ਹੈ ਕਿ ਕੁਆਰੰਟਾਈਨ ਨੂੰ ਲੈ ਕੇ ਉਹ ਬਹੁਤ ਗੰਭੀਰ ਹਨ। ਜੋ ਨਵੇਂ ਰੂਲ ਕੈਨੇਡਾ ਦੇ ਵਿੱਚ ਲਾਗੂ ਕੀਤੇ ਗਏ ਹਨ, ਉਸ ਦੇ ਤਹਿਤ ਆਉਣ ਵਾਲੇ ਹਰ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਬਾਅਦ ਕੈਨੇਡਾ ਆਉਣ ਦੇ ਉੱਪਰ 14 ਦਿਨਾਂ ਦਾ ਇਕਾਂਤਵਾਸ ਵੀ ਜ਼ਰੂਰੀ ਹੈ।
ਜੋ ਕੈਨੇਡੀਅਨ ਸਿਟੀਜ਼ਨਸ ਨਹੀਂ ਹਨ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਨਹੀਂ ਹਨ, ਫਿਲਹਾਲ ਉਹਨਾਂ ਦਾ ਕੈਨੇਡਾ ਆਉਣਾ ਬੈਨ ਹੈ। ਪਰ ਬਹੁਤ ਜਾਣਿਆਂ ਨੂੰ ਐਗਜ਼ੈਂਪਟ ਵੀ ਕੀਤਾ ਗਿਆ ਹੈ, ਜਾਣੀ ਕਿ ਲਿਸਟ ਚੋਂ ਬਾਹਰ ਕੱਢਿਆ ਗਿਆ ਹੈ, ਜਿਵੇਂ ਕਿ ਅਸੈਂਸ਼ੀਅਲ ਵਰਕਰਸ, ਸੀਜ਼ਨਲ ਵਰਕਰਸ, ਕੇਅਰ ਗਿਵਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ। ਫੈਡਰਲ ਦੇ ਮੁਤਾਬਕ ਕੈਨੇਡਾ ਦੇ ਵਿੱਚ 2 ਤੋਂ 5% ਅਜਿਹੇ ਕਰੋਨਾ ਕੇਸ ਹਨ ਜਿਨ੍ਹਾਂ ਦਾ ਕਾਰਨ ਟਰੈਵਲ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਵੀ ਟਰੂਡੋ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ। I think one of the things to remember is that Canada already has some of the strongest travel restrictions in the world. As of last March, non-Canadians, non-permanent residents aren't allowed to travel to Canada. There is a travel ban for all foreign travelers. That's something that we put in March and very much remains in place. On top of that, we brought in a mandatory 2-week quarantine, which is a measure that many of our allies didn't bring in, and that has been extraordinarily effective over the past year at keeping the importation of cases extremely low. But obviously, extremely low is still not zero, and one case is too many if we're importing, particularly given the variants out there. So as of a few weeks ago, we brought in a new measure that the United States is copying and that others are taking on, which is to demand a negative test in the 72 hours before getting on board the flight back to Canada. Because we already have some of the strongest measures anywhere, we have to be very careful as we move forward on even further measures. One just has to remember that we are reliant on supply chains from around the world for food, for goods, for essential medications, and we do not want measures that we have we're going to be bringing in to further restrict non-essential travel to have an impact on those essential supply chains. That's why we're working very carefully and very diligently on the new measures we will be bringing forward in the coming days to make sure that we are further discouraging non-essential travel, that we are further keeping Canadians safe, but we are not bringing in hardship around our supply lines. ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਕੋਵਿਡ-19 ਦੀ ਸਥਿਤੀ ਨੂੰ ਕਾਬੂ ਦੇ ਵਿੱਚ ਕੀਤਾ ਜਾ ਰਿਹਾ ਹੈ, ਕੀ ਇਸ ਦੇ ਲਈ ਮੈਸ਼ਰਸ ਅਪਣਾਏ ਜਾ ਰਹੇ ਹਨ, ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਂਝੀ ਕੀਤੀ ਹੈ। ਉਹਨਾਂ ਨੇ तमाम ਵੈਕਸੀਨ ਦੇ ਬਾਰੇ ਦੇ ਵਿੱਚ ਵੀ ਅਪਡੇਟ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਮੌਜੂਦਾ ਹਾਲਾਤ ਕੀ ਨੇ ਕਰੋਨਾ ਵਾਇਰਸ ਦੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਕੈਨੇਡਾ ਕਿਸ ਤਰ੍ਹਾਂ ਕਰੋਨਾ ਵਾਇਰਸ ਨੂੰ ਖਤਮ ਕਰਨ ਦੇ ਲਈ ਕਦਮ ਚੁੱਕ ਰਿਹਾ ਹੈ। ਉਹਨਾਂ ਕਿਹਾ ਕਿ ਮਾਰਚ ਮਹੀਨੇ ਤੋਂ ਹੀ US ਕੈਨੇਡਾ ਬਾਰਡਰ ਬੰਦ ਕੀਤੇ ਗਏ ਨੇ, ਨਾਲ ਹੀ ਟਰੈਵਲ ਰਿਸਟ੍ਰਿਕਸ਼ਨਸ ਵੀ ਲਗਾਈਆਂ ਗਈਆਂ ਤਾਂ ਕਿ ਇੱਥੇ ਸਥਿਤੀ ਨੂੰ ਕਾਬੂ ਦੇ ਵਿੱਚ ਰੱਖਿਆ ਜਾਵੇ। ਕੈਨੇਡਾ ਵੱਲੋਂ ਜੋ ਨਵਾਂ ਨਿਯਮ 에ਅਰਪੋਰਟਸ ਦੇ ਉੱਪਰ ਲਾਗੂ ਕੀਤਾ ਗਿਆ ਹੈ, ਉਸ ਦਾ ਜ਼ਿਕਰ ਵੀ ਟਰੂਡੋ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ 7 ਜਨਵਰੀ ਤੋਂ ਕੈਨੇਡਾ ਅੰਦਰ ਹਰ ਆਉਣ ਵਾਲੀ ਯਾਤਰੀ ਨੂੰ ਆਪਣਾ ਕਰੋਨਾ ਨੈਗੇਟਿਵ ਟੈਸਟ ਦਿਖਾਉਣਾ ਪੈਂਦਾ ਹੈ। ਇਸ ਨੂੰ ਲਾਜ਼ਮੀ ਕੀਤਾ ਗਿਆ ਹੈ ਤਾਂ ਕਿ ਹਾਲਾਤਾਂ ਨੂੰ ਸਿਚੁਏਸ਼ਨ ਨੂੰ ਕਾਬੂ ਦੇ ਵਿੱਚ ਰੱਖਿਆ ਜਾਵੇ। ਇਹ तमाम ਜਾਣਕਾਰੀ ਜਸਟਿਨ ਟਰੂਡੋ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਹਨਾਂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। Canada has some of the strictest travel and border measures in the world. We've closed the borders since March to everyone for whom Canada is not home. We have a 2-week quarantine for everyone returning to the country, and we now have a mandatory negative test before flying home. These measures work. They're saving lives. And that's why our friends and allies are following suit. Just take the United States, where they've recently adopted the same requirement for a negative test before flying back into the country. We are doing whatever it takes to keep Canadians safe. As I've said before, when it comes to protecting you and your family, nothing is off the table. We will not hesitate to take even tougher measures if and when they're needed, and we'll be making an announcement in the coming days. The bad choices of a few will never be allowed to put everyone else in danger. Of course, travel is only one part of the equation when it comes to beating COVID-19. Fighting this pandemic also means we need the tools to test and trace the spread of the virus right here at home. In the last week alone, we've delivered over 1 million rapid tests to the provinces and territories.
That brings us to 15.4 million rapid tests that we've sent out to the front lines, and even more are on the way. I think about all the people who've been on the front lines of this fight against COVID-19 for almost a year now. They know how far we've come, and they know that we need to keep going just a little longer. To our doctors, nurses, and long-term care workers, thank you. From Victoria to Iqaluit to St. John's, you're taking care of our parents, grandparents, and friends. Right now, you're working longer hours than ever. You are our heroes. Your service and dedication every day is remarkable. ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਕੈਨੇਡਾ ਵਾਸੀਆਂ ਦੇ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਕੈਨੇਡਾ ਵੱਲੋਂ ਖੁਦ ਆਪਣਾ ਕੋਵਿਡ-19 ਦਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਹਿਊਮਨ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਹੀ ਕੈਲਗਰੀ ਦੇ ਵਿੱਚ ਜਗ੍ਹਾ ਵੀ ਲਈ ਗਈ ਹੈ, ਜਿੱਥੇ ਇਸ ਟੀਕੇ ਨੂੰ ਤਿਆਰ ਕੀਤਾ ਜਾਵੇਗਾ। ਮੋਡਰਨਾ ਤੇ ਫਾਈਜ਼ਰ ਦੀ ਵੈਕਸੀਨ ਪਹਿਲਾਂ ਹੀ ਕੈਨੇਡਾ ਦੇ ਵਿੱਚ ਲਗਾਈ ਜਾ ਰਹੀ ਹੈ, ਪਰ ਇਹਨਾਂ ਦੇ ਬੈਚ ਦੇ ਵਿੱਚ ਡਿਲੇ ਸੀ। ਇਸ ਦੇ ਚੱਲਦਿਆਂ ਹੁਣ ਕੈਨੇਡਾ ਦੇ ਲਈ ਰਾਹਤ ਭਰੀ ਖਬਰ ਹੈ ਕਿ ਉਹਨਾਂ ਵੱਲੋਂ ਖੁਦ ਦਾ ਟੀਕਾ ਤਿਆਰ ਕਰ ਲਿਆ ਗਿਆ ਹੈ। ਇੱਕ ਵੱਡੀ ਖੁਸ਼ਖਬਰੀ ਕੈਨੇਡਾ ਵਾਸੀਆਂ ਦੇ ਲਈ ਕਰੋਨਾ ਵੈਕਸੀਨ ਦੇ ਨਾਲ ਸੰਬੰਧਿਤ ਸਾਹਮਣੇ ਆਈ ਹੈ। ਕੈਨੇਡਾ ਵੱਲੋਂ ਕਰੋਨਾ ਖਿਲਾਫ ਆਪਣੀ ਵੈਕਸੀਨ ਤਿਆਰ ਕਰ ਲਈ ਗਈ ਹੈ। ਟੋਰਾਂਟੋ ਦੇ ਵਿੱਚ ਇਸ ਦੇ ਹਿਊਮਨ ਟ੍ਰਾਇਲ ਯਾਨੀ ਕਿ ਮਨੁੱਖਾਂ ਦੇ ਉੱਪਰ ਟ੍ਰਾਇਲ ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਉਸ ਬਾਇਓਟੈਕਨੋਲੋਜੀ ਕੰਪਨੀ ਨੇ ਦਿੱਤੀ ਹੈ, ਜਿਨ੍ਹਾਂ ਵੱਲੋਂ ਟੀਕਾ ਤਿਆਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ 60 ਅਡਲਟ ਵੋਲੰਟੀਅਰਸ ਨੂੰ 3 ਸ਼ਾਟਸ ਦਿੱਤੇ ਜਾਣਗੇ, ਜਿਨ੍ਹਾਂ ਵਿੱਚੋਂ 15 ਵੋਲੰਟੀਅਰਸ ਨੂੰ ਪਲੇਸਬੋ ਅਤੇ 45 ਨੂੰ ਟੀਕਾ ਲਗਾਇਆ ਜਾਵੇਗਾ, ਜਿਸ ਦਾ ਨਾਮ PTX COVID-19 ਵੀ ਹੈ। ਕੰਪਨੀ ਦੇ CEO ਬ੍ਰੈਡ ਨੇ ਕਿਹਾ ਹੈ ਕਿ ਇਹ ਦਵਾਈ ਪਹਿਲੀ ਵਾਰ ਕੈਨੇਡਾ ਨੇ ਤਿਆਰ ਕੀਤੀ ਹੈ ਅਤੇ ਲਗਾਈ ਜਾ ਰਹੀ ਹੈ। ਕੈਲਗਰੀ ਦੇ ਵਿੱਚ ਇਸ ਨੂੰ ਵੱਡੇ ਪੱਧਰ ਦੇ ਉੱਪਰ ਤਿਆਰ ਕਰਨ ਦੇ ਲਈ ਜਗ੍ਹਾ ਲਈ ਗਈ ਹੈ। ਦੱਸ ਦਈਏ ਕਿ ਕਿਊਬੈਕ ਬੇਸਡ ਫਾਰਮਾਸਿਊਟੀਕਲ ਮੈਡੀਕਾਗੋ ਦਾ ਕਲੀਨਿਕਲ ਟ੍ਰਾਇਲ ਪਿਛਲੇ ਜੁਲਾਈ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਇਸ ਨੂੰ ਨਾਰਥ ਕੈਰੋਲੀਨਾ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਹ ਵੈਕਸੀਨ ਇਸ ਸਮੇਂ ਫੇਜ਼ 3 ਕਲੀਨਿਕਲ ਟ੍ਰਾਇਲ ਦੇ ਵਿੱਚ ਹੈ, ਜਿਸ ਦਾ ਮਤਲਬ ਹੈ ਕਿ ਹੈਲਥ ਕੈਨੇਡਾ ਤੋਂ ਮਨਜ਼ੂਰੀ ਲੈਣ ਦੇ ਸਿਰਫ ਇੱਕ ਕਦਮ ਇਹ ਦਵਾਈ ਜਿਹੜੀ ਕਿ ਇਹ ਟੀਕਾ ਦੂਰ ਹੈ। ਇਸ ਸਮੇਂ ਕੈਨੇਡਾ ਦੇ ਵਿੱਚ ਮੋਡਰਨਾ ਅਤੇ ਫਾਈਜ਼ਰ ਟੀਕੇ ਦੀ ਵੈਕਸੀਨੇਸ਼ਨ ਚੱਲ ਰਹੀ ਹੈ, ਪਰ ਟੀਕੇ ਦੀ ਡਿਲੀਵਰੀ ਕੈਨੇਡਾ ਨੂੰ ਦੇਰ ਦੇ ਨਾਲ ਪਹੁੰਚ ਰਹੀ ਹੈ, ਕਿਉਂਕਿ ਇਹ ਟੀਕੇ ਕੈਨੇਡਾ ਤੋਂ ਬਾਹਰ ਦੂਸਰੇ ਦੇਸ਼ਾਂ ਦੇ ਵਿੱਚ ਤਿਆਰ ਹੁੰਦੇ ਹਨ। ਕੈਨੇਡਾ ਦੀ ਵੈਕਸੀਨ ਕੰਪਨੀ ਨੇ ਕੈਲਗਰੀ ਦੇ ਵਿੱਚ 20,000 ਸਕੁਆਇਰ ਫੁੱਟ ਦੀ ਜਗ੍ਹਾ ਲਈ ਹੈ, ਜਿਸ ਦੇ ਵਿੱਚ ਵੈਕਸੀਨ ਤਿਆਰ ਕਰਨ ਦੇ ਲਈ 12,000 ਸਕੁਆਇਰ ਫੁੱਟ ਦੀ ਲੈਬ ਸਪੇਸ ਸ਼ਾਮਿਲ ਹੈ। ਜੇ ਵੈਕਸੀਨ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਆਮ ਲੋਕਾਂ ਤੱਕ 2022 ਵਿੱਚ ਇਹ ਪਹੁੰਚ ਜਾਵੇਗੀ। ਇੱਕ ਵਿਅਕਤੀ ਸੋਸ਼ਲ ਮੀਡੀਆ ਦੇ ਰਾਹੀਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਜਾਣ ਦੀ ਮੰਗ ਕਰ ਰਿਹਾ ਸੀ। RCMP ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਘਰ ਦੇ ਉੱਪਰ ਛਾਪਾ ਮਾਰਿਆ ਗਿਆ ਤੇ 18 ਫਾਇਰ ਆਰਮਸ ਇਸ ਤੋਂ ਬਰਾਮਦ ਕੀਤੇ ਗਏ ਹਨ। ਇਸ ਨੂੰ ਹੁਣ ਚਾਰਜ ਕੀਤਾ ਗਿਆ ਹੈ। ਕਸਟਡੀ ਦੇ ਵਿੱਚ ਇਹ ਵਿਅਕਤੀ ਹੈ ਤੇ ਨਾਲ ਹੀ RCMP ਵੱਲੋਂ ਇਸ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਨੂੰ ਟਰੰਪ ਦਾ ਸਪੋਰਟਰ ਦੱਸਿਆ ਜਾ ਰਿਹਾ ਹੈ। RCMP ਨੇ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਸੋਸ਼ਲ ਮੀਡੀਆ ਦੇ ਰਾਹੀਂ ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਜਾਣ ਦੀ ਮੰਗ ਕਰ ਰਿਹਾ ਸੀ। RCMP ਪੁਲਿਸ ਨੇ ਕਿਊਬੈਕ ਦੇ ਇਸ ਵਿਅਕਤੀ ਦੇ ਘਰ ਵਿੱਚ ਛਾਪਾ ਮਾਰਿਆ। ਉੱਥੋਂ 18 ਫਾਇਰ ਆਰਮਸ ਬਰਾਮਦ ਕੀਤੇ ਗਏ। ਰੇਮੰਡ ਨਾਮ ਦੇ ਇਸ ਵਿਅਕਤੀ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਿਅਕਤੀ ਨੂੰ ਉਸ ਵਿਅਕਤੀ ਦੇ ਟਵਿੱਟਰ ਅਕਾਊਂਟ ਨਾਲ ਜੋੜਿਆ ਜਾ ਰਿਹਾ ਹੈ ਜੋ ਪੀਪਲਜ਼ ਪਾਰਟੀ ਆਫ ਕੈਨੇਡਾ ਅਤੇ ਡੋਨਲਡ ਟਰੰਪ ਨੂੰ ਸਪੋਰਟ ਕਰਦਾ ਹੈ। ਇਸ ਵਿਅਕਤੀ ਦੇ ਅਕਾਊਂਟ ਦੇ ਉੱਪਰ ਐਂਟੀ ਇਮੀਗ੍ਰੈਂਟ, ਐਂਟੀ ਮੁਸਲਿਮ ਅਤੇ ਐਂਟੀ ਟਰੂਡੋ ਪੋਸਟਾਂ ਮਿਲੀਆਂ। ਇੱਕ ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਜਾਇਆ ਜਾਵੇ। RCMP ਦੇ ਮੁਤਾਬਕ ਇਸ ਵਿਅਕਤੀ ਦੇ ਖਿਲਾਫ 에ਅਰਪੋਰਟ ਦੇ ਉੱਪਰ ਸਰਚ ਵਾਰੰਟ ਜਾਰੀ ਕੀਤੇ ਗਏ ਸਨ। ਇਸ ਵਿਅਕਤੀ ਦੇ ਦੂਸਰੇ ਘਰ ਤੋਂ ਵੀ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਕੋਲੋਂ ਕੁੱਲ 18 ਹਥਿਆਰ ਮਿਲੇ ਹਨ, ਜਿਸ ਦੇ ਚੱਲਦਿਆਂ ਹੁਣ ਇਸ ਨੂੰ ਚਾਰਜ ਕੀਤਾ ਗਿਆ ਹੈ ਅਤੇ ਕਸਟਡੀ ਦੇ ਵਿੱਚ ਹੈ। ਸੋ ਵੱਡੀ ਸਫਲਤਾ RCMP ਦੇ ਹੱਥ ਲੱਗੀ ਹੈ, ਜਿੱਥੇ ਉਹਨਾਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਸੋਸ਼ਲ ਮੀਡੀਆ ਦੇ ਰਾਹੀਂ ਅਪੀਲ ਕਰ ਰਿਹਾ ਸੀ, ਮੰਗ ਕਰ ਰਿਹਾ ਸੀ ਕਿ ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਜਾਇਆ ਜਾਵੇ। ਓਨਟਾਰੀਓ ਤੋਂ ਅੱਜ 2000 ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵੱਖ-ਵੱਖ ਪ੍ਰੋਵਿੰਸਸ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਹਨ, ਇਸ ਦੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੋਵਿਡ-19 ਦੀ ਕੀ ਸਥਿਤੀ ਹੈ, ਜਾਣੀ ਕਿ ਮੌਜੂਦਾ ਹਾਲਾਤ ਕੀ ਨੇ। ਕਿਊਬੈਕ ਦੇ ਵਿੱਚ ਇੱਕ ਟੀਨੇਜਰ ਦੇ ਵੱਲੋਂ ਕਰਫਿਊ ਦਾ ਉਲੰਘਣ ਕੀਤਾ ਗਿਆ। ਇਸ ਵੱਲੋਂ ਓਨਟਾਰੀਓ ਵਾਪਸ ਆਉਣ ਦੇ ਲਈ ਕਰਫਿਊ ਨੂੰ ਤੋੜਿਆ ਗਿਆ ਹੈ, ਜੋ ਕਿ ਉਸ ਨੂੰ ਕਾਫੀ ਮਹਿੰਗਾ ਪਿਆ ਹੈ। ਇਸ ਦੇ ਕਾਰਨ ਹੁਣ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ।
ਇਹ ਲੜਕਾ ਆਈਸ ਫਿਸ਼ਿੰਗ ਟ੍ਰਿਪ ਤੋਂ ਵਾਪਸ ਆ ਰਿਹਾ ਸੀ ਤੇ ਹੁਣ ਇਸ ਨੂੰ ਰੂਲ ਤੋੜਨ ਦੇ ਉੱਪਰ ਜੁਰਮਾਨਾ ਲਗਾਇਆ ਗਿਆ ਹੈ। ਇਸ ਦਾ ਨਾਮ ਲਿਊਕਸ ਹੈ, ਜੋ ਕਿ ਆਪਣੇ ਪਿਤਾ ਦੇ ਨਾਲ ਆਈਸ ਫਿਸ਼ਿੰਗ ਕਰਨ ਗਿਆ ਸੀ। ਕਿਊਬੈਕ ਦੇ ਵਿੱਚ ਕਰੋਨਾ ਕਾਰਨ ਨਾਈਟ ਕਰਫਿਊ ਜਾਣੀ ਕਿ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਉਹ ਬ੍ਰਿਜ ਤੇ ਪਹੁੰਚਣ ਤੋਂ ਇੱਕ ਲਾਈਟ ਪਿੱਛੇ ਸੀ, ਜਿਸ ਦੇ ਚੱਲਦਿਆਂ ਪੁਲਿਸ ਨੇ ਉਸ ਨੂੰ ਰੋਕਿਆ ਅਤੇ $561 ਦਾ ਫਾਈਨ ਦੇਣ ਦੇ ਲਈ ਕਿਹਾ। ਲਿਊਕਸ, ਜਿਸ ਦੀ ਉਮਰ 17 ਸਾਲ ਹੈ, ਉਸਨੇ ਦੱਸਿਆ ਕਿ ਆਫੀਸਰਸ ਨੇ ਉਸ ਕੋਲੋਂ ਲਾਇਸੈਂਸ ਮੰਗਿਆ ਅਤੇ ਕਿਹਾ ਕਿ 8 ਤੋਂ ਬਾਅਦ ਉਹ ਬਾਹਰ ਨਹੀਂ ਘੁੰਮ ਸਕਦਾ। ਇਸ ਲੜਕੇ ਨੇ ਜਵਾਬ ਦਿੱਤਾ ਕਿ ਉਹ ਸਿਰਫ 12 ਮਿੰਟ ਹੀ ਲੇਟ ਹੈ ਕਰਫਿਊ ਤੋਂ। ਉਹ ਘਰ ਜਾ ਰਿਹਾ ਹੈ ਕਿਉਂਕਿ ਬਰਫ਼ਬਾਰੀ ਹੋਈ ਸੀ, ਇਸ ਦੇ ਕਰਕੇ ਉਹ ਹੌਲੀ ਡਰਾਈਵ ਕਰ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚਾਹੇ ਉਹ ਪ੍ਰੋਵਿੰਸ ਦੇ ਵਿੱਚ ਰਹਿੰਦਾ ਹੈ ਜਾਂ ਨਹੀਂ, ਪਰ ਉਸ ਨੂੰ ਨਿਯਮ ਤੋੜਨ ਦੇ ਕਾਰਨ ਜੁਰਮਾਨਾ ਦੇਣਾ ਪਵੇਗਾ। ਲਿਊਕਸ ਨੂੰ $500 ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਉਹ ਮਾਈਨਰ ਕੈਟੇਗਰੀ ਦੇ ਵਿੱਚ ਆਉਂਦਾ ਹੈ। ਲਿਊਕਸ ਨੇ ਇਸ ਨੂੰ ਗਲਤ ਦੱਸਿਆ ਹੈ। ਉਸਨੇ ਕਿਹਾ ਕਿ ਪੁਲਿਸ ਮੈਨੂੰ ਵਾਰਨਿੰਗ ਦੇ ਸਕਦੀ ਸੀ। ਮੈਂ ਛੋਟਾ ਹਾਂ, ਮੇਰੀ ਉਮਰ 17 ਸਾਲ ਹੈ ਅਤੇ ਮੈਂ ਆਪਣੇ ਪਿਤਾ ਦੇ ਘਰ ਤੋਂ ਵਾਪਸ ਆ ਰਿਹਾ ਸੀ ਆਈਸ ਫਿਸ਼ਿੰਗ ਕਰਕੇ। ਉਸਨੇ ਕਿਹਾ ਕਿ ਇਹ ਕੋਈ ਵੱਡਾ ਇਸ਼ੂ ਨਹੀਂ ਸੀ, ਪਰ ਪੁਲਿਸ ਨੇ ਉਸ ਦੇ ਨਾਲ ਜੋ ਕੀਤਾ ਉਹ ਗਲਤ ਹੈ। ਦੱਸ ਦਈਏ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਨੂੰ ਦੇਖਦਿਆਂ ਸਖਤੀ ਕੀਤੀ ਗਈ ਹੈ। ਕਿਊਬੈਕ ਦੇ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ ਤਾਂ ਕਿ ਇੱਥੇ ਕਰੋਨਾ ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕੇ। ਕਿਊਬੈਕ ਦੇ ਵਿੱਚ ਕੋਵਿਡ-19 ਦੀ ਸਥਿਤੀ ਨੂੰ ਦੇਖਦਿਆਂ ਰਾਤ ਦਾ ਕਰਫਿਊ ਜਾਣੀ ਕਿ ਨਾਈਟ ਕਰਫਿਊ ਲਗਾਇਆ ਗਿਆ ਹੈ, ਪਰ ਇੱਕ ਟੀਨੇਜਰ ਲੜਕੇ ਨੂੰ ਇਹ ਕਰਫਿਊ ਤੋੜਨਾ ਮਹਿੰਗਾ ਪਿਆ ਹੈ, ਜਿਸ ਦੇ ਚੱਲਦਿਆਂ ਹੁਣ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਦਰਅਸਲ ਇਹ ਜੋ 17 ਸਾਲ ਦਾ ਲੜਕਾ ਹੈ, ਉਹ ਓਨਟਾਰੀਓ ਦੇ ਵੱਲ ਜਾ ਰਿਹਾ ਸੀ, ਆਪਣੇ ਪਿਤਾ ਦੇ ਘਰ ਤੋਂ ਵਾਪਸ ਆ ਰਿਹਾ ਸੀ। ਕਿਊਬੈਕ ਦੇ ਵਿੱਚ ਉਹ 8 ਵਜੇ ਤੋਂ 12 ਮਿੰਟ ਲੇਟ ਹੋਇਆ ਤੇ ਆਪਣੇ ਬ੍ਰਿਜ ਤੇ ਚੜ੍ਹਨ ਤੋਂ ਮਹਿਜ਼ ਇੱਕ ਲਾਈਟ ਪਿੱਛੇ ਸੀ। ਉਸ ਦੇ ਚੱਲਦਿਆਂ ਪੁਲਿਸ ਨੇ ਉਸ ਨੂੰ ਰੋਕਿਆ ਤੇ ਲਾਇਸੈਂਸ ਦਿਖਾਉਣ ਦੇ ਲਈ ਕਿਹਾ ਹੈ। ਉਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਸ ਵੱਲੋਂ ਕਰਫਿਊ ਦੇ ਜੋ ਨਿਯਮ ਨੇ ਉਹ ਤੋੜੇ ਗਏ ਨੇ, ਉਸ ਦੇ ਵਾਸਤੇ ਜੁਰਮਾਨਾ ਦੇਣਾ ਪਵੇਗਾ। ਇਸ ਲੜਕੇ ਦੀ ਜੇਕਰ ਗੱਲ ਕਰੀਏ ਤਾਂ ਉਸਨੇ ਕਿਹਾ ਹੈ ਕਿ ਪੁਲਿਸ ਉਸ ਨੂੰ ਵਾਰਨਿੰਗ ਦੇ ਸਕਦੀ ਸੀ, ਪਰ ਪੁਲਿਸ ਨੇ ਨਿਯਮ ਤੋੜਨ ਦੇ ਉੱਪਰ ਉਸ ਨੂੰ ਜੁਰਮਾਨਾ ਲਗਾਇਆ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 1740 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਮੱਧ ਦਸੰਬਰ ਤੋਂ ਇਹ ਹੁਣ ਤੱਕ ਦੇ ਸਭ ਤੋਂ ਘੱਟ ਆਏ ਮਾਮਲੇ ਹਨ। ਇਸ ਦੇ ਨਾਲ ਹੀ 63 ਲੋਕਾਂ ਦੀ ਕੋਵਿਡ-19 ਦੇ ਕਾਰਨ ਇੱਥੇ ਮੌਤ ਵੀ ਦਰਜ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਮਿਨਿਸਟਰੀ ਆਫ ਹੈਲਥ ਵੱਲੋਂ ਦਿੱਤੀ ਗਈ ਹੈ। ਟੋਰਾਂਟੋ ਤੋਂ 677, ਪੀਲ ਰੀਜਨ ਤੋਂ 320, ਯਾਰਕ ਰੀਜਨ ਤੋਂ 144 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ 2261 ਅਜਿਹੇ ਮਾਮਲੇ ਹਨ ਜਿਨ੍ਹਾਂ ਨੇ ਕੋਵਿਡ-19 ਵਾਇਰਸ ਨੂੰ ਮਾਤ ਦਿੱਤੀ ਹੈ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 23,036 ਕਨਫਰਮਡ ਐਕਟਿਵ ਕੇਸ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,466 ਹੈ, ਜਿਨ੍ਹਾਂ ਵਿੱਚੋਂ 383 ਇੰਟੈਂਸਿਵ ਕੇਅਰ ਅਧੀਨ ਹਨ ਅਤੇ 298 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 1,166 ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 57 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਗਈ ਹੈ। ਹੁਣ ਤੱਕ ਇੱਥੇ 2,56,002 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 9,577 ਦੇ ਕਰੀਬ ਹੁਣ ਤੱਕ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 1,324 ਮਰੀਜ਼ ਹਸਪਤਾਲ ਦੇ ਵਿੱਚ ਹਨ, ਜਿਨ੍ਹਾਂ ਚੋਂ 217 ਇੰਟੈਂਸਿਵ ਕੇਅਰ ਅਧੀਨ ਹਨ ਅਤੇ 24 ਘੰਟਿਆਂ ਦੌਰਾਨ 4,164 ਡੋਜ਼ਜ਼ ਵੈਕਸੀਨ ਦੀਆਂ ਦਿੱਤੀਆਂ ਗਈਆਂ। ਮੈਨੀਟੋਬਾ ਤੋਂ 94 ਇਨਫੈਕਸ਼ਨ ਦੇ ਕੇਸ ਸਾਹਮਣੇ ਆਏ ਅਤੇ ਹੁਣ ਤੱਕ ਇੱਥੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 28,902 ਹੋ ਗਈ ਹੈ। ਪ੍ਰੋਵਿੰਸ ਦੇ ਵਿੱਚ ਇਸ ਸਮੇਂ 3,492 ਐਕਟਿਵ ਕੇਸ ਹਨ। 137 ਹਸਪੀਟਲ ਦੇ ਵਿੱਚ ਜਾਣੀ ਕਿ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਹੈ। ਹੁਣ ਤੱਕ ਕੈਨੇਡਾ ਦੇ ਵਿੱਚ 7,56,000 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 19,362 ਲੋਕਾਂ ਦੀ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ। ਰਿਕਵਰਡ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6,76,000 ਦੇ ਕਰੀਬ ਹੈ। ਕੋਵਿਡ-19 ਦੇ ਜੋ ਮਾਮਲੇ ਨੇ ਉਹ ਤਾਂ ਚਿੰਤਾ ਦਾ ਵਿਸ਼ਾ ਨੇ। ਉਧਰ ਜੋ ਕੋਵਿਡ-19 ਦਾ ਨਵਾਂ ਵੇਰੀਐਂਟ ਪਾਇਆ ਗਿਆ, ਉਸ ਦੇ ਨਾਲ ਜੁੜੇ ਹੋਏ ਮਾਮਲੇ ਕੈਨੇਡਾ ਦੇ ਵਿੱਚ ਸਾਹਮਣੇ ਆ ਰਹੇ ਹਨ। ਓਨਟਾਰੀਓ ਦੀ ਗੱਲ ਕਰੀਏ ਤਾਂ 43 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਟਵਾ ਦੇ ਵਿੱਚ ਵੀ ਇਹ ਮਾਮਲੇ ਪਾਏ ਗਏ ਹਨ। ਇੱਕ ਪਾਸੇ ਕੋਵਿਡ-19 ਦੇ ਹਾਲਾਤ ਤੇ ਦੂਜੇ ਪਾਸੇ ਕਰੋਨਾ ਵਾਇਰਸ ਦਾ ਨਵਾਂ ਸਟ੍ਰੇਨ, ਦੋਹਾਂ ਨੇ ਹੀ ਸਿਹਤ ਮਾਹਿਰਾਂ ਦੀ ਚਿੰਤਾ ਵਧਾਈ ਹੋਈ ਹੈ। ਕੈਨੇਡਾ ਦੇ ਵਿੱਚ ਇਸ ਦੇ ਫੈਲਾਅ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਓਟਵਾ ਦੇ ਵਿੱਚ ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਨਾਲ ਸੰਬੰਧਿਤ 43 ਮਾਮਲੇ ਸਾਹਮਣੇ ਆਏ ਹਨ। ਇਸ ਦੇ ਲਈ ਲੋਕਾਂ ਨੂੰ ਖਾਸ ਅਪੀਲ ਕੀਤੀ ਜਾ ਰਹੀ ਹੈ। ਇਹ ਜੋ ਕੋਵਿਡ-19 ਦਾ ਨਵਾਂ ਰੂਪ ਹੈ, ਇਹ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਹੈ ਅਤੇ 70% ਦੀ ਤੇਜ਼ੀ ਦੇ ਨਾਲ ਫੈਲਦਾ ਹੈ। ਇਸ ਦੇ ਮਾਮਲੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਾਹਮਣੇ ਆਏ ਹਨ। ਕੈਨੇਡਾ ਵੀ ਇਸ ਤੋਂ ਨਹੀਂ ਬਚਿਆ।
ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ontario ਸੂਬੇ ਦੇ ਵਿੱਚ ਕੋਰੋਨਾ ਦੇ ਨਵੇਂ ਰੂਪ ਦੇ 43 ਮਾਮਲੇ ਸਾਹਮਣੇ ਆਏ ਹਨ। ਇਸ ਸਭ ਨੂੰ ਦੇਖਦਿਆਂ ਪ੍ਰੋਵਿੰਸ ਦੇ ਵਿੱਚ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਪਾ ਕੇ ਰੱਖੋ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਿਆਲ ਰੱਖੋ। ਦੱਸ ਦਈਏ ਕਿ ਪਹਿਲਾਂ ਇਸ ਨਵੇਂ ਸਟ੍ਰੇਨ ਦੇ ਨਾਲ ਸੰਬੰਧਿਤ 34 ਮਾਮਲਿਆਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਤੋਂ ਬਾਅਦ ਯਾਰਕ ਅਤੇ ਟੋਰਾਂਟੋ ਦੇ ਵਿੱਚ ਵੀ ਨਵੇਂ ਕੋਰੋਨਾ ਸਟ੍ਰੇਨ ਦੇ 9 ਮਾਮਲੇ ਸਾਹਮਣੇ ਆਏ। ਇੱਥੇ ਦੱਸਣਾ ਬਣਦਾ ਹੈ ਕਿ ਕੋਵਿਡ-19 ਦਾ ਇਹ ਨਵਾਂ ਸਟ੍ਰੇਨ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ ਮਿਲਿਆ ਸੀ। ਪਿਛਲੇ ਸਾਲ ਜਾਣੀ ਕਿ 2020 ਦੇ ਵਿੱਚ ਇਸ ਦੇ ਨਾਲ ਸੰਬੰਧਿਤ ਉੱਥੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਬਾਕੀ ਦੇਸ਼ਾਂ ਨੇ ਕਾਰਵਾਈ ਕਰਦਿਆਂ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਹਵਾਈ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ। ਇਨ੍ਹਾਂ ਕੋਵਿਡ-19 ਦੇ ਨਵੇਂ ਸਟ੍ਰੇਨ ਜਾਣੀ ਕਿ ਨਵੇਂ ਰੂਪ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਗੱਲ ਕਰੀਏ ਤਾਂ ਯਾਰਕ ਰੀਜਨ ਤੋਂ 15, ਟੋਰਾਂਟੋ ਤੋਂ 10, ਸਿਮਕੋਈ ਤੋਂ 7, ਪੀਲ ਤੋਂ 3, ਡੋਹਰਮ ਤੋਂ 3 ਅਤੇ ਓਟਵਾ ਤੋਂ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਦੇ ਵਿੱਚ ਕੋਵਿਡ-19 ਦੇ ਜੋ ਹਾਲਾਤ ਨੇ ਉਹ ਸਭ ਨੂੰ ਦੇਖਦਿਆਂ ਜੋ ਬਾਈਡਨ ਵੱਲੋਂ ਵੈਕਸੀਨੇਸ਼ਨ ਦੇ ਬਾਰੇ ਦੇ ਵਿੱਚ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਾਂ ਫਿਰ ਕਹਿ ਲਈਏ ਕਿ ਉਹਨਾਂ ਵੱਲੋਂ ਇੱਕ ਪਲਾਨ ਤਿਆਰ ਕੀਤਾ ਗਿਆ ਹੈ। ਵੈਕਸੀਨੇਸ਼ਨ ਨੂੰ ਤੇਜ਼ ਕਰਨਾ ਚਾਹੁੰਦੇ ਨੇ ਤੇ ਉਹਨਾਂ ਕਿਹਾ ਹੈ ਕਿ ਇੱਕ ਦਿਨ ਦੇ ਵਿੱਚ 10 ਲੱਖ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਇਹ ਟੀਕਾ ਲਗਾਇਆ ਜਾਵੇਗਾ। ਇਹ ਟੀਚਾ ਉਹਨਾਂ ਵੱਲੋਂ ਰੱਖਿਆ ਗਿਆ ਤੇ ਉਹਨਾਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਇੱਥੇ ਹਾਲਾਤਾਂ ਨੂੰ ਜਲਦ ਤੋਂ ਜਲਦ ਕਾਬੂ ਦੇ ਵਿੱਚ ਕਰ ਲਿਆ ਜਾਵੇ। ਅਮਰੀਕਾ ਦੇ ਵਿੱਚ ਜੋ ਕੋਵਿਡ-19 ਦੀ ਸਥਿਤੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਰਹੀ ਕਿਉਂਕਿ ਕੋਰੋਨਾ ਵਾਇਰਸ ਦਾ ਅਜੇ ਵੀ ਇੱਥੇ ਪ੍ਰਭਾਵ ਉਸੇ ਤਰ੍ਹਾਂ ਹੀ ਜਾਰੀ ਹੈ। ਰੋਜ਼ਾਨਾ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ। ਅਜਿਹੇ ਦੇ ਵਿੱਚ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਵੈਕਸੀਨੇਸ਼ਨ ਦੇਣ ਦਾ ਇੱਕ ਟੀਚਾ ਰੱਖਿਆ ਹੈ। ਉਹਨਾਂ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਅਮਰੀਕਨਸ ਨੂੰ ਇਹ ਟੀਕਾ ਲਗਾਇਆ ਜਾਵੇ ਤਾਂ ਕਿ ਅਮਰੀਕਾ ਦੇ ਵਿੱਚ ਕੋਰੋਨਾ ਦੇ ਹਾਲਾਤ ਕਾਬੂ ਦੇ ਵਿੱਚ ਕੀਤੇ ਜਾ ਸਕਣ। ਅਮਰੀਕਾ ਦੇ ਵਿੱਚ ਰੋਜ਼ਾਨਾ 10 ਲੱਖ ਲੋਕਾਂ ਨੂੰ ਇਹ ਵੈਕਸੀਨ ਦੇਣ ਦਾ ਟੀਚਾ ਰੱਖਿਆ ਗਿਆ ਹੈ। ਬਾਈਡਨ ਨੇ ਕਿਹਾ ਹੈ ਕਿ ਅਗਲੇ 3 ਹਫ਼ਤਿਆਂ ਦੇ ਅੰਦਰ ਰੋਜ਼ਾਨਾ 10 ਲੱਖ ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਜਾਵੇਗੀ। ਬਾਈਡਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ 3 ਹਫ਼ਤਿਆਂ ਦੇ ਅੰਦਰ ਅਸੀਂ ਰੋਜ਼ਾਨਾ 10 ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦਾ ਟੀਚਾ ਹਾਸਲ ਜਾਣੀ ਕਿ ਪੂਰਾ ਕਰ ਲਵਾਂਗੇ, ਜਿਸ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ। ਅਮਰੀਕਾ ਦੇ ਵਿੱਚ ਕੋਵਿਡ-19 ਦੇ 2 ਟੀਕੇ ਫਾਈਜ਼ਰ ਅਤੇ ਮੋਡਰਨਾ ਨੂੰ ਵੈਕਸੀਨੇਸ਼ਨ ਦੀ ਮਨਜ਼ੂਰੀ ਮਿਲੀ ਹੈ। ਬਾਈਡਨ ਨੇ ਕਿਹਾ ਕਿ ਇੱਕ ਦਿਨ ਦੇ ਵਿੱਚ ਇੰਨੀ ਗਿਣਤੀ 'ਚ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੇ ਟੀਚੇ ਨੂੰ ਵਧਾ ਕੇ 15 ਲੱਖ ਵੀ ਕੀਤਾ ਜਾ ਸਕਦਾ ਹੈ। ਜੋ ਬਾਈਡਨ ਦੇ ਲਈ ਇੱਕ ਤਰ੍ਹਾਂ ਦੀ ਚੁਣੌਤੀ ਹੈ ਕਿ ਅਮਰੀਕਾ ਦੇ ਹਾਲਾਤਾਂ ਨੂੰ ਛੇਤੀ ਤੋਂ ਛੇਤੀ ਕਾਬੂ ਦੇ ਵਿੱਚ ਕੀਤਾ ਜਾ ਸਕੇ ਤਾਂ ਕਿ ਇੱਥੇ ਜੋ ਰੋਜ਼ਾਨਾ ਮਾਮਲੇ ਆ ਰਹੇ ਨੇ ਉਹ ਤੇ ਕੰਟਰੋਲ ਹੋ ਹੀ ਸਕਣ, ਨਾਲ ਦੀ ਨਾਲ ਜੋ ਮੌਤਾਂ ਦਾ ਅੰਕੜਾ ਹੈ ਉਹ ਵੀ ਘਟ ਜਾਵੇ। ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੰਡੀਆਨਾ ਪੁਲਿਸ ਦੇ ਵਿੱਚ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੇ ਵਿੱਚ ਇੱਕ ਗਰਭਵਤੀ ਔਰਤ ਦੇ ਨਾਲ ਹੀ 6 ਹੋਰ ਲੋਕਾਂ ਦੇ ਮੌਤ ਹੋਣ ਦੀ ਖਬਰ ਹੈ। ਪੁਲਿਸ ਵੱਲੋਂ ਇਹ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਾਕੀ ਅਪਡੇਟ ਦੱਸਾਂਗੇ ਇਸ ਖਬਰ ਦੇ ਵਿੱਚ। ਮਾਮਲਾ ਇੰਡੀਆਨਾ ਪੁਲਿਸ ਤੋਂ ਸਾਹਮਣੇ ਆਇਆ ਹੈ ਜਿੱਥੇ ਗੋਲੀਬਾਰੀ ਹੋਈ ਹੈ ਤੇ ਇਸ ਗੋਲੀਬਾਰੀ ਦੇ ਕਾਰਨ ਇੱਕ ਗਰਭਵਤੀ ਔਰਤ ਅਤੇ ਇਸ ਦੇ ਨਾਲ ਹੀ 6 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਅਮਰੀਕਾ ਦੇ ਇੰਡੀਆਨਾ ਪੁਲਿਸ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਗਰਭਵਤੀ ਔਰਤ ਅਤੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੇ ਮੁਤਾਬਕ ਸਵੇਰੇ ਇੰਡੀਆਨਾ ਪੁਲਿਸ ਦੇ ਇੱਕ ਘਰ ਦੇ ਵਿੱਚ ਗੋਲੀਬਾਰੀ ਹੋਈ ਜਿਸ ਦੌਰਾਨ 6 ਲੋਕ ਮਾਰੇ ਗਏ ਜਦਕਿ ਇੱਕ ਹੋਰ ਨਾਬਾਲਗ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗੋਲੀਬਾਰੀ ਇੱਕ ਸਮੂਹਿਕ ਕਤਲ ਹੈ। ਇਹ ਗੋਲੀਬਾਰੀ ਐਡਮਿਟ ਸਟਰੀਟ ਦੇ 3500 ਬਲਾਕ ਦੇ ਵਿੱਚ ਤੜਕੇ ਹੋਈ ਸੀ ਅਤੇ ਪੁਲਿਸ ਅਧਿਕਾਰੀ ਇਸ ਬਾਰੇ ਸੂਚਨਾ ਮਿਲਣ ਤੇ ਕਾਰਵਾਈ ਕਰਦਿਆਂ E36 ਸਟਰੀਟ ਨੇੜੇ 3300 ਬਲਾਕ ਵਿਖੇ ਸਵੇਰੇ ਪਹੁੰਚੇ ਜਿੱਥੇ ਪੁਲਿਸ ਨੂੰ ਪਹਿਲਾਂ ਇੱਕ ਨਾਬਾਲਗ ਬੱਚਾ ਗੋਲੀਆਂ ਦੇ ਨਾਲ ਜ਼ਖਮੀ ਮਿਲਿਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਬਾਕੀ ਜ਼ਖਮੀ ਹੋਏ ਲੋਕ ਮਿਲੇ। ਪੁਲਿਸ ਮੁਖੀ ਟੇਲਰ ਦੇ ਅਨੁਸਾਰ ਇਸ ਗੋਲੀਬਾਰੀ ਦੇ ਸੰਬੰਧ ਦੇ ਵਿੱਚ ਜੋ ਸਬੂਤ ਮਿਲੇ ਹਨ ਉਹਨਾਂ ਦੇ ਆਧਾਰ ਦੇ ਉੱਪਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਮਿੱਥਿਆ ਹੋਇਆ ਜਾਣੀ ਕਿ ਡਿਸਾਈਡ ਕੀਤਾ ਕਤਲੇਆਮ ਸੀ ਜਦਕਿ ਇਸ ਸੰਬੰਧੀ ਫਿਲਹਾਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਤਾਬਕ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ 6 ਵਿਅਕਤੀਆਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਇਸ ਦੇ ਨਾਲ ਸੰਬੰਧਿਤ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸਾਂਝੀ ਕਰ ਸਕਦਾ ਹੈ ਤਾਂ ਕਿ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਹੋ ਸਕੇ। ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਚੱਲ ਰਹੀ ਹੈ। ਅਜਿਹੇ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਵਾਸ਼ਿੰਗਟਨ ਤੋਂ ਜਿੱਥੇ ਇੱਕ ਵਿਅਕਤੀ ਗਲਤ ਜਾਂ ਫਿਰ ਕਹਿ ਲਈਏ ਕਿ ਨਕਲੀ ਕੋਰੋਨਾ ਵਾਇਰਸ ਦਾ ਟੀਕਾ ਮਰੀਜ਼ਾਂ ਨੂੰ ਲਗਾ ਰਿਹਾ ਸੀ ਜਿਸ ਦੇ ਚੱਲਦਿਆਂ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਕਈ ਹੋਰ ਤਰ੍ਹਾਂ ਦੇ ਵੀ ਇਸ ਵਿਅਕਤੀ ਦੇ ਨਾਲ ਸੰਬੰਧਿਤ ਖੁਲਾਸੇ ਹੋਏ ਨੇ। ਕੀ ਨੇ ਉਹ ਖੁਲਾਸੇ, ਜਾਣੋ ਇਸ ਖਬਰ ਤੋਂ।
ਵੱਖ-ਵੱਖ ਦੇਸ਼ਾਂ ਦੇ ਵਿੱਚ ਇਸ ਸਮੇਂ ਕੋਵਿਡ-19 ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਪਰ ਅਮਰੀਕਾ ਦੇ ਵਾਸ਼ਿੰਗਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਕਰੋਨਾ ਦਾ ਨਕਲੀ ਟੀਕਾ ਲਗਾਉਂਦਾ ਸੀ। ਇਸ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਕੋਵਿਡ-19 ਵੈਕਸੀਨ ਦੱਸ ਕੇ ਇਹ ਲੋਕਾਂ ਨੂੰ ਅਜਿਹੇ ਟੀਕੇ ਲਗਾਉਂਦਾ ਸੀ ਜਿਸ ਨੂੰ ਉਸਨੇ ਆਪਣੀ ਪ੍ਰਾਈਵੇਟ ਲੈਬ ਦੇ ਵਿੱਚ ਤਿਆਰ ਕੀਤਾ ਸੀ। ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਦਾ ਨਾਮ ਜੌਨੀ ਸਟਾਈਨ ਹੈ। ਵਿਅਕਤੀ ਦੇ ਉੱਪਰ ਇੰਟਰਨੈਸ਼ਨਲ ਵਪਾਰ ਦੇ ਵਿੱਚ ਗਲਤ ਬ੍ਰਾਂਡ ਦੀਆਂ ਦਵਾਈਆਂ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ। ਇੰਨਾ ਹੀ ਨਹੀਂ, ਇਸ ਵਿਅਕਤੀ ਨੇ ਫੇਕ ਐਡਵਰਟਾਈਜ਼ਮੈਂਟ ਵੀ ਇਹਨਾਂ ਟੀਕਿਆਂ ਦੀ ਕੀਤੀ ਹੈ। ਇਹ ਵਿਅਕਤੀ ਬਿਨਾਂ ਟੈਸਟ ਕੀਤੇ ਹੋਏ ਅਸੁਰੱਖਿਅਤ ਅਣਜਾਣ ਯਾਨੀ ਕਿ ਜਿਨ੍ਹਾਂ ਬਾਰੇ ਉਸ ਨੂੰ ਨੌਲੇਜ ਨਹੀਂ ਹੈ ਉਹਨਾਂ ਦਾ ਇਸਤੇਮਾਲ ਕਰਕੇ ਕਰੋਨਾ ਵਾਇਰਸ ਦੇ ਟੀਕੇ ਤਿਆਰ ਕਰਦਾ ਸੀ ਤੇ ਦਾਅਵਾ ਕਰਦਾ ਸੀ ਕਿ ਇਹ ਕੋਵਿਡ-19 ਦਾ ਟੀਕਾ ਹੈ, ਜਿਸ ਤੋਂ ਬਾਅਦ ਉਹ ਲੋਕਾਂ ਨੂੰ ਲਗਾਉਂਦਾ ਸੀ। ਕਰੋਨਾ ਵਾਇਰਸ ਦੇ ਟੀਕੇ ਦੇ ਇਲਾਵਾ ਇਹ ਆਦਮੀ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਦਾ ਵੀ ਦਾਅਵਾ ਕਰਦਾ ਸੀ। FDA ਨੇ ਇਸ ਵਿਅਕਤੀ ਤੱਕ ਪਹੁੰਚ ਕੀਤੀ ਸੀ। ਇਹ ਪਹੁੰਚ ਉਹਨਾਂ ਵੱਲੋਂ ਮਾਰਚ ਦੇ ਆਰੰਭ ਦੇ ਵਿੱਚ ਜਾਣੀ ਕਿ ਸ਼ੁਰੂਆਤ ਦੇ ਵਿੱਚ ਕੀਤੀ ਗਈ ਸੀ। ਉਸ ਵੇਲੇ ਇਹ ਵਿਅਕਤੀ ਕੈਂਸਰ ਦੇ ਟੀਕਿਆਂ ਦੇ ਬਾਰੇ ਵਿੱਚ ਦਾਅਵਾ ਕਰਦਾ ਸੀ। ਇਸ ਦਾ ਹੀ ਫਾਰਮੂਲਾ ਉਸ ਵੱਲੋਂ ਬਦਲ ਕੇ ਇਸ ਨੂੰ ਕਰੋਨਾ ਟੀਕੇ ਦਾ ਨਾਮ ਦਿੱਤਾ ਗਿਆ। ਪੁਲਿਸ ਵੱਲੋਂ ਇਸ ਵਿਅਕਤੀ ਦੇ ਗੋਦਾਮ ਦੇ ਵਿੱਚ ਛਾਪਾ ਮਾਰਿਆ ਗਿਆ ਅਤੇ ਟੀਕਿਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ। ਜਾਣਕਾਰੀ ਦਿੱਤੀ ਹੈ ਕਿ ਸਟਾਈਲਨ ਦੁਆਰਾ ਨਕਲੀ ਕਰੋਨਾ ਵਾਇਰਸ ਦਾ ਟੀਕਾ ਲਗਾਏ ਗਏ ਇੱਕ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਸਟਾਈਲਨ ਖਿਲਾਫ ਕੀਤੀ ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਕੈਂਸਰ ਦੇ ਮਰੀਜ਼ਾਂ ਨੂੰ ਵੀ ਬਿਨਾਂ ਜਾਂਚ ਕੀਤੇ ਟੀਕੇ ਵੇਚਦਾ ਸੀ। ਮੈਕਸੀਕੋ ਬਾਰਡਰ ਦੇ ਉੱਪਰ ਅਧਿਕਾਰੀਆਂ ਨੂੰ ਲਾਸ਼ਾਂ ਮਿਲੀਆਂ ਨੇ। ਇਹ 19 ਲਾਸ਼ਾਂ ਸੜੀਆਂ ਹੋਈਆਂ ਸਨ। ਆਸ-ਪਾਸ ਦੇ ਵਿਅਕਤੀਆਂ ਨੇ ਜਾਣਕਾਰੀ ਦਿੱਤੀ ਹੈ, ਪੁਲਿਸ ਉੱਥੇ ਪਹੁੰਚੀ ਹੈ, ਜਾਣੀ ਕਿ ਅਧਿਕਾਰੀ ਉੱਥੇ ਪਹੁੰਚੇ ਨੇ। ਇਹਨਾਂ ਜੋ ਲਾਸ਼ਾਂ ਨੇ ਉਹਨਾਂ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਵੀ ਸਨ, ਪਰ ਜਦੋਂ ਆਸ-ਪਾਸ ਸਾਰੀ ਜਗ੍ਹਾ ਦੇਖਿਆ ਗਿਆ ਤਾਂ ਕਿਤੋਂ ਇਹ ਨਹੀਂ ਪਤਾ ਚੱਲਦਾ ਕਿ ਇੱਥੇ ਗੋਲੀਬਾਰੀ ਜਾਂ ਫਿਰ ਗੋਲੀਆਂ ਚਲਾਈਆਂ ਗਈਆਂ ਹੋਣ। ਅਧਿਕਾਰੀਆਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿਸੇ ਹੋਰ ਜਗ੍ਹਾ ਦੇ ਉੱਪਰ ਇਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਹੋਣ, ਉਸ ਤੋਂ ਬਾਅਦ ਉਹਨਾਂ ਨੂੰ ਜਲਾ ਦਿੱਤਾ ਗਿਆ। ਖਬਰ ਮੈਕਸੀਕੋ ਅਮਰੀਕਾ ਸਰਹੱਦ ਤੋਂ ਜਾਣੀ ਕਿ ਬਾਰਡਰ ਤੋਂ ਸਾਹਮਣੇ ਆਈ ਹੈ, ਜਿੱਥੇ 19 ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਮੈਕਸੀਕਨ ਅਧਿਕਾਰੀਆਂ ਨੂੰ 19 ਅੱਗ ਨਾਲ ਸੜੀਆਂ ਹੋਈਆਂ ਲਾਸ਼ਾਂ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਤੋਂ ਮਿਲੀਆਂ। ਇਸ ਮਾਮਲੇ ਦੇ ਸੰਬੰਧੀ ਮੈਕਸੀਕਨ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੂੰ ਟੈਕਸਸ ਦੇ ਰੀਓ ਗ੍ਰਾਂਡੇ ਦੇ ਇੱਕ ਕਸਬੇ ਦੇ ਵਿੱਚ ਨੇੜਲੇ ਖੇਤਰ ਦੇ ਅੰਦਰ 19 ਗੋਲੀਆਂ ਲੱਗੀਆਂ ਅਤੇ ਅੱਗ ਦੇ ਨਾਲ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਜਾਣਕਾਰੀ ਅਨੁਸਾਰ ਜੋ ਇੱਥੇ ਰਹਿਣ ਵਾਲੇ ਕੁਝ ਵਸਨੀਕ ਨੇ, ਉਹਨਾਂ ਨੇ ਇੱਕ ਵਾਹਨ ਦੇ ਸੜੇ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਦੇ ਹੱਥ ਇਹ ਲਾਸ਼ਾਂ ਲੱਗੀਆਂ। ਅਧਿਕਾਰੀਆਂ ਨੂੰ 2 ਅੱਗ ਲੱਗੇ ਹੋਏ ਵਾਹਨ ਜਾਣੀ ਕਿ ਵਹੀਕਲ ਮਿਲੇ, ਜਿਨ੍ਹਾਂ ਦੇ ਵਿੱਚੋਂ ਇੱਕ ਵਿੱਚ 4 ਅਤੇ ਦੂਜੇ ਵਾਹਨ ਦੇ ਵਿੱਚ 15 ਲਾਸ਼ਾਂ ਸਨ। ਇਹਨਾਂ ਲਾਸ਼ਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ, ਪਰ ਘਟਨਾ ਸਥਾਨ ਦੇ ਉੱਪਰ ਗੋਲੀਆਂ ਦੇ ਨਾਲ ਸੰਬੰਧਿਤ ਕੋਈ ਵੀ ਸਬੂਤ ਨਹੀਂ ਮਿਲਿਆ। ਇਸ ਦੇ ਚੱਲਦਿਆਂ ਹੁਣ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਇਹਨਾਂ ਸੜਨ ਵਾਲੇ ਲੋਕਾਂ ਨੂੰ ਪਹਿਲਾਂ ਕਿਤੇ ਹੋਰ ਮਾਰਿਆ ਗਿਆ ਸੀ। ਜੋ ਲੋਕਾਂ ਦੀਆਂ ਇਹ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ ਹਨ, ਉਹਨਾਂ ਦੀ ਅਜੇ ਪਹਿਚਾਣ ਸਾਹਮਣੇ ਨਹੀਂ ਆ ਸਕੀ। ਅਧਿਕਾਰੀਆਂ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਬਾਰੇ ਵਿੱਚ ਪੂਰੀ ਗੱਲ ਜਾਣੀ ਕਿ ਮਾਮਲਾ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ, ਕੈਨੇਡਾ ਨੇ ਤਿਆਰ ਕੀਤੀ ਆਪਣੀ ਵੈਕਸੀਨ। ਟਰੂਡੋ ਨੇ ਕਿਹਾ ਲੱਗੇਗੀ ਉਡਾਨਾਂ ਦੇ ਉੱਪਰ ਰੋਕ, ਕੈਨੇਡਾ ਦੇ ਵਿੱਚ ਉਡਾਨਾਂ ਦੇ ਉੱਪਰ ਰੋਕ ਦੀ ਉੱਠ ਰਹੀ ਹੈ ਮੰਗ। 26 ਜਨਵਰੀ ਦੇ ਮੌਕੇ ਕੈਨੇਡਾ ਦੇ ਵਿੱਚ ਨਿਕਲੀ ਰੈਲੀ, ਕੀਤੀ ਕਿਸਾਨਾਂ ਦੇ ਲਈ ਆਵਾਜ਼ ਬੁਲੰਦ। ਟੀਨਏਜਰ ਨੂੰ ਕਿਬੈਕ ਦੇ ਵਿੱਚ ਕਰਫਿਊ ਤੋੜਨਾ ਪਿਆ ਮਹਿੰਗਾ, ਲੱਗਿਆ ਭਾਰੀ ਜੁਰਮਾਨਾ। ਕਰੋਨਾ ਨੂੰ ਖਤਮ ਕਰਨ ਦੇ ਲਈ ਕੀ ਕਰ ਰਿਹਾ ਹੈ ਕੈਨੇਡਾ, ਟਰੂਡੋ ਨੇ ਦੱਸੇ ਸਾਰੇ ਹਾਲਾਤ। ਕੈਨੇਡਾ ਦੇ ਵਿੱਚ ਕੋਵਿਡ-19 ਦੀ ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਜਾਣ ਦੀ ਕਰਦਾ ਸੀ ਮੰਗ, ਪੁਲਿਸ ਨੇ ਗ੍ਰਿਫਤਾਰ ਕੀਤਾ ਵਿਅਕਤੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।